ਨਮਸਕਾਰ ਦੇਸ਼ ਦੁਨੀਆ ਚ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਇਨਸਾਈਡ ਖਬਰ। ਤੇ ਇਨਸਾਈਡ ਖਬਰ ਦੇ ਵਿੱਚ ਅੱਜ ਵੀ ਅਸੀਂ ਚਰਚਾ ਕਰਾਂਗੇ ਕਿਸਾਨਾਂ ਦੇ ਅੰਦੋਲਨ ਦੀ। ਕਿਸਾਨਾਂ ਦਾ ਅੰਦੋਲਨ ਹੁਣ ਆਰ ਪਾਰ ਦਾ ਅੰਦੋਲਨ ਬਣ ਰਿਹਾ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਜੋ ਮੀਟਿੰਗਾਂ ਹੋਈਆਂ ਉਹ ਸਾਰੀਆਂ ਬੇਨਤੀਜਾ ਰਹੀਆਂ, ਜਦ ਕਿ 8 ਤਰੀਕ ਨੂੰ ਕਿਸਾਨਾਂ ਦੁਆਰਾ ਐਲਾਨਿਆ ਗਿਆ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਅਗਰ ਅਸੀਂ ਉੱਤਰੀ ਸਟੇਟਾਂ ਦੀ ਗੱਲ ਕਰੀਏ। ਹਾਲਾਂਕਿ ਜਿੱਥੇ ਜਿੱਥੇ ਬੀਜੇਪੀ ਦਾ ਰਾਜ ਸੀ ਉੱਥੇ ਬੰਦ ਦਾ ਅਸਰ ਘੱਟ ਮਿਲਿਆ, ਲੇਕਿਨ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਕਾਫੀ ਸਫਲਤਾਪੂਰਵਕ ਇਹ ਬੰਦ ਰਿਹਾ। ਰਾਣਾ ਜੀ, ਸਭ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਅੱਜ ਦੇ ਹਾਲਾਤ ਦੀ ਗੱਲ ਦੀ ਚਰਚਾ ਕਰੀਏ, ਮੈਂ ਬੰਦ ਨੂੰ ਲੈ ਕੇ ਤੁਹਾਡੇ, ਕਿਉਂਕਿ ਬੰਦ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਕੀਤੀ ਗਈ ਸੀ ਅਮਿਤ ਸ਼ਾਹ ਜੀ ਦੇ ਨਾਲ। ਅਮਿਤ ਸ਼ਾਹ ਜੀ ਨੇ ਜਿਸ ਤਰ੍ਹਾਂ ਕਹਿੰਦੇ ਨੇ ਤਰਸਾ ਕੇ 1 ਘੰਟਾ ਪਹਿਲੇ ਕਿਸਾਨਾਂ ਨੂੰ ਕਦੀ ਇੱਧਰ ਤੇ ਕਦੀ ਇੱਧਰ ਉਹਨਾਂ ਨੂੰ ਘੁਮਾਉਂਦੇ ਰਹੇ, ਫਿਰ ਉਸ ਤੋਂ ਬਾਅਦ ਮੀਟਿੰਗ ਕੀਤੀ ਤੇ ਮੀਟਿੰਗ ਕਰਨ ਤੋਂ ਬਾਅਦ ਉਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਹਾਲਾਂਕਿ ਉਸ ਦੇ ਵਿੱਚ ਕਿਹਾ ਜਾਂਦਾ ਵੀ 13 ਜਥੇਬੰਦੀਆਂ ਹੀ ਬੁਲਾਈਆਂ ਗਈਆਂ ਸੀਗੀਆਂ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਦੂਸਰੇ ਦਿਨ ਬੰਦ ਸੀਗਾ, ਇਹ ਦੋਨਾਂ ਦਾ ਆਪਸ ਦੇ ਵਿੱਚ ਮੇਲ ਤੇ ਇਸ ਬੰਦ ਦਾ ਅਸਰ ਸਰਕਾਰ ਤੇ ਕੀ ਪਏਗਾ? ਦੇਖੋ ਤਾਵੜਾ ਜੀ, ਜਿੱਦਾਂ ਤੁਸੀਂ ਕਿਹਾ ਕਿ ਅਮਿਤ ਸ਼ਾਹ ਜੀ ਜਿਹੜੇ ਆ ਹੁਣ ਉਹਨਾਂ ਨੇ ਕਮਾਨ ਸੰਭੀ ਹੈ। ਬਿਲਕੁਲ। ਉਹਨਾਂ ਨੇ 13 ਜਥੇਬੰਦੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਸੀ ਬੰਦ ਤੋਂ 1 ਦਿਨ ਪਹਿਲਾਂ। ਬਿਲਕੁਲ। ਤੇ ਉਸ ਦਿਨ ਉਹਨਾਂ ਨੇ ਕਿਹਾ ਵੀ ਸੀ ਕਿ ਤੁਸੀਂ ਅਗਲੇ ਦਿਨ ਵਾਲਾ ਬੰਦ ਜਿਹੜਾ ਆਪਣਾ ਉਹ ਵਿਡਰਾ ਕਰ ਦਿਓ। ਤੇ ਕਿਸਾਨ ਯੂਨੀਅਨਾਂ ਦਾ, ਕਿਸਾਨ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਅਸੀਂ ਤਾਂ ਇਹ ਕਾਲ ਜਿਹੜੀ ਆ ਉਹ ਦੇ ਚੁੱਕੇ ਹਾਂ, ਸਾਡੇ ਲੋਕ ਚੱਲ ਪਏ ਨੇ, ਵੱਖ-ਵੱਖ ਅਸੀਂ ਤਿਆਰੀਆਂ ਕਰ ਲਈਆਂ, ਹੁਣ ਇਹ ਬੰਦ ਜਿਹੜਾ ਹੈ ਉਹ ਬੰਦ ਹੀ ਰਹੇਗਾ, ਇਹਨੂੰ ਅਸੀਂ ਵਿਡਰਾਅ ਨਹੀਂ ਕਰਨਾ। ਜਿੱਥੋਂ ਤੱਕ ਅਮਿਤ ਸ਼ਾਹ ਹੋਰਾਂ ਦਾ ਸਬੰਧ ਹੈ, ਉਹ ਤੋਂ ਪਹਿਲਾਂ ਤੁਹਾਨੂੰ ਪਤਾ ਕਿ 4 5 6 ਗੇੜਾਂ ਦੀਆਂ ਗੱਲਬਾਤਾਂ ਹੋ ਚੁੱਕੀਆਂ ਸੀ ਤੇ ਨਤੀਜਾ ਜਿੱਦਾਂ ਤੁਸੀਂ ਕਿਹਾ ਕਿ ਕੋਈ ਨਿਕਲਿਆ ਨਹੀਂ ਸੀ। ਕਿਸਾਨ ਯੂਨੀਅਨਾਂ ਆਪਣੇ ਸਟੈਂਡ ਤੇ ਅੜੀਆਂ ਹੋਈਆਂ ਸੀ ਤੇ ਕੇਂਦਰ ਸਰਕਾਰ ਆਪਣੇ ਸਟੈਂਡ ਤੇ ਅੜੀ ਹੋਈ ਸੀ। ਬਿਲਕੁਲ। ਤੇ ਅਮਿਤ ਸ਼ਾਹ ਹੋਰੀ ਸੱਦਾ ਦਿੱਤਾ ਸੀ 13 ਕਿਸਾਨ ਯੂਨੀਅਨਾਂ ਨੂੰ। ਉਹ ਤੋਂ ਪਹਿਲਾਂ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਨੁਮਾਇੰਦੇ ਆ ਜੋਗਿੰਦਰ ਉਗਰਾਹਾਂ, ਉਹਨਾਂ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਸੀ। ਇਹ ਅਖਬਾਰਾਂ 'ਚ ਖਬਰਾਂ ਆਈਆਂ ਸੀ ਇਕੱਲੇ ਤੌਰ ਤੇ। ਤੇ ਫਿਰ ਉਹਨਾਂ ਨੇ ਉਹ ਗੱਲ ਵੀ ਜਿਹੜੀ ਬਾਤ ਜਿਹੜੀ ਹੈ ਬੇਨਤੀਜਾ ਰਹੀ। ਉਹ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਲਿਖਤੀ ਪ੍ਰਪੋਜ਼ਲ ਦਿੰਦੇ ਹਾਂ ਕਿ ਸਾਡੇ ਕੋਲ ਕੀ ਕੀ ਪ੍ਰਪੋਜ਼ਲ ਹੈ ਤੁਹਾਡੀਆਂ ਮੰਗਾਂ ਦੇ ਸੰਬੰਧ 'ਚ। ਬਿਲਕੁਲ। ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਹੈ ਜਾਂ ਅਮੈਂਡਮੈਂਟ ਕਰਨੀ ਹੈ, ਜੇ ਕਰਨੀ ਹੈ ਤਾਂ ਉਹ ਕਿੰਨੀ ਕੁ ਕਰਨੀ ਹੈ, ਉਹ ਅਸੀਂ ਤੁਹਾਨੂੰ ਲਿਖਤੀ ਪ੍ਰਪੋਜ਼ਲ ਦੇ ਦੇਵਾਂਗੇ। ਬਿਲਕੁਲ। ਸੋ ਉਹ ਲਿਖਤੀ ਪ੍ਰਪੋਜ਼ਲ ਜਿਹੜਾ ਹੈ ਉਹ ਬੰਦ, ਜਿੱਦਾਂ ਤੁਸੀਂ ਕਿਹਾ, ਬੰਦ ਕਾਫੀ ਪ੍ਰਭਾਵਸ਼ਾਲੀ ਸੀ, ਅਸਰਦਾਰ ਸੀ। ਤੇ ਸਭ ਤੋਂ ਸਿਆਣੀ ਗੱਲ ਜਿਹੜੀ ਹੋਈ ਕਿ ਕਿਸੇ ਤਰ੍ਹਾਂ ਦੀ ਕੋਈ ਅਸ਼ਾਂਤੀ ਵਾਲੀ ਘਟਨਾ ਜਾਂ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਜਾਂ ਕੋਈ ਹਿੰਸਾ ਦੀਆਂ ਖਬਰਾਂ ਜਿਹੜੀਆਂ ਹੈ ਇਸ ਬੰਦ ਤੋਂ ਨਹੀਂ ਆਈਆਂ। ਬਿਲਕੁਲ। ਭਾਵੇਂ ਕਿ ਜਿੱਥੇ ਕਿ ਬੀਜੇਪੀ ਸ਼ਾਸਤ ਰਾਜ ਨੇ ਉੱਥੇ ਬੰਦ ਦਾ ਅਸਰ ਘੱਟ ਦੇਖਣ ਨੂੰ ਮਿਲਿਆ, ਪਰ ਉੱਤਰੀ ਭਾਰਤ ਤੇ ਜਿੱਦਾਂ ਤੁਸੀਂ ਕਿਹਾ ਖਾਸ ਕਰਕੇ ਪੰਜਾਬ 'ਚ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਬੰਦ ਸੀ, ਹਰਿਆਣਾ 'ਚ ਵੀ ਬੰਦ ਸੀ ਤੇ ਹੋਰ ਸਟੇਟਾਂ 'ਚ ਵੀ ਜਿਹੜੇ ਆ ਰਾਜਸਥਾਨ, ਮੱਧ ਪ੍ਰਦੇਸ਼, ਉਹਦੇ 'ਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਤੇ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਮਜਬੂਰ ਤਾਂ ਪਹਿਲਾਂ ਹੀ ਹੋਈ ਪਈ ਸੀ। ਬਿਲਕੁਲ। ਕਿ ਅਸੀਂ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰੀਏ ਤੇ ਕਿਉਂਕਿ ਪੂਰੇ ਭਾਰਤ 'ਚੋਂ ਜਿੱਦਾਂ ਦਾ ਸਮਰਥਨ ਕਿਸਾਨਾਂ ਨੂੰ ਮਿਲ ਰਿਹਾ ਹੈ, ਸਿਆਸੀ ਪਾਰਟੀਆਂ ਵੀ ਹੁਣ ਮੈਦਾਨ 'ਚ ਕੁੱਦ ਗਈਆਂ ਜੀ। ਸੋ ਸਰਕਾਰ ਨੂੰ ਟੇਬਲ ਤੇ ਆਉਣਾ ਪੈਣਾ ਸੀ। ਸਰਕਾਰ ਪਹਿਲਾਂ ਹੀ ਟੇਬਲ ਤੇ ਸੀ, ਪਰ ਹੁਣ ਜਿਹੜੀ ਗੱਲਬਾਤ ਸਰਕਾਰ ਨੇ ਜਿਹੜੇ ਪ੍ਰਪੋਜ਼ਲ ਦਿੱਤੇ ਹੈ, ਕਿਸਾਨਾਂ ਨੇ ਉਹ ਪ੍ਰਪੋਜ਼ਲ ਵੀ ਜਿਹੜੇ ਹੈ ਉਹ ਰੱਦ ਕਰ ਦਿੱਤੇ ਕਿ ਸਾਨੂੰ ਬਿੱਲਾਂ ਨੂੰ ਵਾਪਸ ਲੈਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਬਿਲਕੁਲ। ਜਿੱਥੇ ਕਿਸਾਨਾਂ ਦੀ ਪਹਿਲੇ ਮੰਗ ਹੋਇਆ ਕਰਦੀ ਸੀ ਰਾਣਾ ਜੀ ਵੀ ਆਹ ਸਾਡੀਆਂ ਮੰਗਾਂ ਨੇ, ਅਸੀਂ ਇਹ ਖੇਤੀ ਬਿੱਲ ਦੇ ਵਿੱਚ ਪਹਿਲੇ ਤਾਂ ਕਿਸਾਨ ਜਦੋਂ ਐਜੀਟੇਸ਼ਨ ਸ਼ੁਰੂ ਕਰਨ ਲੱਗੇ ਸੀ ਉਹ ਸ਼ੋਧ ਵੀ ਮੰਗ ਰਹੇ ਸੀਗੇ ਵੀ ਅਗਰ ਇਹਦੇ ਵਿੱਚ ਇਹਨੂੰ ਸ਼ੋਧ ਕਰ ਦਿੱਤਾ ਜਾਵੇ, ਇਹਦੇ ਵਿੱਚ MSP ਦਾ ਜਿਹੜਾ ਹੈ ਉਹ ਕਾਨੂੰਨ ਬਣਾ ਦਿੱਤਾ ਜਾਵੇ। ਜਦੋਂ ਬਿਲਕੁਲ ਉਦੋਂ ਇਹ ਸੀਗਾ, ਲੇਕਿਨ ਹੁਣ ਕਿਸਾਨ ਇੱਕੋ ਹੀ ਗੱਲ ਤੇ ਅੜੇ ਆ ਵੀ ਇਹ ਤਿੰਨੇ ਖੇਤੀ ਬਿੱਲ ਰੱਦ ਕੀਤੇ ਜਾਣ, ਇਹਨਾਂ ਦਾ ਕੋਈ ਉਚਿਤ ਰਹਿੰਦਾ ਹੀ ਨਹੀਂ ਹੈ, ਕੋਈ ਫਾਇਦਾ ਇਹਨਾਂ ਦਾ ਹੈ ਹੀ ਨਹੀਂ ਹੈਗਾ ਹੈ। ਉਸ ਦੇ ਵਿੱਚ ਉਹਨਾਂ ਨੇ ਜੋ ਸਰਕਾਰ ਨੇ ਉਹਨਾਂ ਨੂੰ ਕੁਝ ਬਣਾ ਕੇ ਭੇਜਿਆ ਹੈ ਵੀ ਪ੍ਰਸਤਾਵ ਭੇਜੇ ਨੇ ਵੀ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ, ਉਹ ਤਾਂ ਉਹਨਾਂ ਨੇ ਰੱਦ ਕਰ ਦਿੱਤੇ ਹੈ ਜਿਸ ਤਰ੍ਹਾਂ ਤੁਸੀਂ ਕਿਹਾ। ਲੇਕਿਨ ਇਹੀ ਅੜਿੱਕਾ ਇਹਨਾਂ ਦਾ ਵੀ ਕਿਉਂਕਿ ਹੁਣ ਕਾਫੀ ਪ੍ਰਸਤਾਵ ਇਹ ਵੀ ਕਿਹਾ ਜਾ ਰਿਹਾ ਵੀ ਉਹ ਪੋਜ਼ਿਟਿਵ ਨੇ ਔਰ ਜੋ ਕਿਸਾਨਾਂ ਦੀ ਕਦੀ ਮੰਗ ਹੋਇਆ ਕਰਦੇ ਸੀ ਵੀ ਆਹ ਚੀਜ਼ ਹਟਾ ਦਿਓ, ਉਸ ਮੁਤਾਬਕ ਨੇ। ਦੇਖੋ ਸਿੱਧੀ ਜਿਹੀ ਗੱਲ ਹੈ ਕਿ ਇਹ ਪ੍ਰਸਤਾਵ ਜਿਹੜੇ ਸਰਕਾਰ ਨੇ ਪ੍ਰਪੋਜ਼ਲ ਦਿੱਤੇ ਨੇ ਦਾਵੜਾ ਜੀ ਬਹੁਤ ਪੋਜ਼ਿਟਿਵ ਨੇ ਜੀ। ਸਰਕਾਰ ਨੇ ਆਪਣਾ ਬਹੁਤ ਹੱਦ ਤੱਕ ਸਟੈਂਡ ਡਾਇਲੂਟ ਕੀਤਾ ਹੈ ਜੀ। ਕਿੱਥੇ ਤਾਂ ਸਰਕਾਰ ਦੀ ਇਹ ਮਨਸ਼ਾ ਸੀ ਜਾਂ ਸਰਕਾਰ ਦਾ ਇਹ ਪ੍ਰਭਾਵ ਸੀ ਕਿ ਉਹ 1 ਇੰਚ ਵੀ ਹਿੱਲਣ ਨੂੰ ਤਿਆਰ ਨਹੀਂ ਗਏ। ਬਿਲਕੁਲ। ਪਰ ਹੁਣ ਜਿੱਦਾਂ ਦੇ ਪ੍ਰਪੋਜ਼ਲ ਉਹਨਾਂ ਨੇ ਕਿਸਾਨਾਂ ਨੂੰ ਭੇਜੇ ਨੇ, ਆਪਾਂ ਉਹਨਾਂ ਪ੍ਰਪੋਜ਼ਲਾਂ ਨੂੰ ਡਿਸਕਸ ਕਰਾਂਗੇ 1 ਬਾਈ 1 ਜੀ ਜੀ, ਕਿਹੜੇ ਪ੍ਰਪੋਜ਼ਲ ਨੇ ਤੇ ਸਰਕਾਰ ਨੇ ਉਹਦੇ 'ਚ ਕੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੈ ਉਹਨਾਂ ਨੂੰ ਡਿਸਕਸ ਕਰਾਂਗੇ। ਪਰ ਓਵਰਆਲ ਜਿਹੜੇ ਪ੍ਰਪੋਜ਼ਲ ਕਾਫੀ ਪੋਜ਼ਿਟਿਵ ਹੈ
ਤੇ ਕਿਸਾਨਾਂ ਦੀ ਜਿਹੜੀ ਇਹ ਅੜੀ ਹੈ ਕਿ ਹਾਂ ਜਾਂ ਨਾ, ਜੀ। ਇਹਨਾਂ ਨੂੰ ਤੁਸੀਂ ਜਾਂ ਹਾਂ ਕਰੋ ਜਾਂ ਨਾ ਕਰੋ, ਇਹ ਕਿਤੇ ਨਾ ਕਿਤੇ ਗੱਲਬਾਤ 'ਚ ਮੈਂ ਸਮਝਦਾ ਕਿ ਅੜਿੱਕਾ ਹੈ। ਕਿਸਾਨਾਂ ਨੂੰ ਵੀ ਆਪਣਾ ਸਟੈਂਡ ਥੋੜ੍ਹਾ ਜਿਹਾ ਨਰਮ ਕਰਨਾ ਚਾਹੀਦਾ। ਹੁਣ ਜਦ ਸਰਕਾਰ ਇੱਥੇ ਤੱਕ ਆ ਗਈ ਹੈ ਕਿ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਬਹੁਤ ਸਾਰਾ ਅਜਿਹਾ ਕੁਝ ਹੈ ਜਿਹੜਾ ਵਾਪਸ ਲੈਣ ਵਰਗਾ ਹੀ ਹੋ ਜਾਂਦਾ ਹੈ, ਤਾਂ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਨਰਮੀ ਦਿਖਾਣੀ ਚਾਹੀਦੀ। ਰਾਣਾ ਜੀ, ਪ੍ਰਸਤਾਵਾਂ ਦੀ ਜੇ ਗੱਲ ਕਰੀਏ, ਪ੍ਰਸਤਾਵਾਂ ਦੀ ਤਾਂ ਸਭ ਤੋਂ ਵੱਡਾ ਪ੍ਰਸਤਾਵ ਸੀਗਾ ਐਮਐਸਪੀ ਦਾ। ਐਮਐਸਪੀ ਦੇ ਵਿੱਚ ਇਹ ਜਿਹੜੇ ਕਿਸਾਨਾਂ ਨੂੰ ਖਦਸ਼ਾ ਵੀ ਸੀ। ਖਦਸ਼ਾ ਇਹ ਸੀਗਾ ਵੀ ਜਿਸ ਤਰ੍ਹਾਂ ਮੱਕੀ ਦੀ ਐਮਐਸਪੀ ਖਤਮ ਹੋ ਜਾਏਗੀ, ਵੀ ਜਿਸ ਤਰ੍ਹਾਂ ਇਸ ਵਾਰ ਹੋਇਆ ਮੱਕੀ ਨਾਲ ਹੋਇਆ। ਮੱਕੀ ਦੀ ਐਮਐਸਪੀ ਤਾਂ ਸੀ ਨਾ 1900 ਰੁਪਏ ਦੇ ਕਰੀਬ ਜਿਹੜੀ ਚੱਲ ਰਹੀ, ਲੇਕਿਨ ਮੱਕੀ ਜਿਹੜੀ ਹੈ ਕਿਸਾਨਾਂ ਦੀ 650 700 ਵਿਕੀ, ਫਿਰ ਉਹ ਕੁਝ ਨਹੀਂ ਕਰ ਸਕਦੇ। ਇਸੇ ਤਰ੍ਹਾਂ ਉਹਦੇ ਵਿੱਚ ਸਿਰਫ ਉਹਨਾਂ ਦੀ ਇਹ ਮੰਗ ਸੀ ਵੀ ਮੱਕੀ ਕਿਹਾ ਸਾਰੀ ਜਿਹੜੀ ਐਮਐਸਪੀ ਹੈ ਉਹ ਤੋਂ ਜਿਹੜਾ ਘੱਟ ਖਰੀਦਦਾ ਉਹ ਕਾਨੂੰਨ ਦੇ ਦਾਇਰੇ 'ਚ ਲਿਆ ਜਾਵੇ, ਵੀ ਘੱਟ ਨਹੀਂ ਖਰੀਦੀ ਜਾਏਗੀ। ਕਿਸਾਨਾਂ ਦੀ ਇਹ ਮੰਗ ਸੀ ਕਿ ਜਦੋਂ ਸਰਕਾਰ ਨੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ 'ਚ ਸੰਸ਼ੋਧਨ ਕੀਤਾ ਜੀ ਕਿ ਤੁਸੀਂ ਪ੍ਰਾਈਵੇਟ ਪਲੇਅਰਸ ਵੀ ਆ ਕੇ ਜਿਹੜਾ ਹੈ ਕਿਸਾਨਾਂ ਦਾ ਜਿਣਸ ਜਾਂ ਕਿਸਾਨਾਂ ਦੀ ਫਸਲ ਖਰੀਦ ਸਕਦੇ ਹੈ। ਕਿਸਾਨਾਂ ਨੂੰ ਇਹ ਖਦਸ਼ਾ ਸੀ ਕਿ ਜਦੋਂ ਪ੍ਰਾਈਵੇਟ ਪਲੇਅਰਸ ਜਾਂ ਕਾਰਪੋਰੇਟਸ ਆ ਕੇ ਕਿਸਾਨਾਂ ਦੀਆਂ ਫਸਲਾਂ ਖਰੀਦਣੀਆਂ ਸ਼ੁਰੂ ਕਰ ਦੇਣਗੇ ਤਾਂ ਸਰਕਾਰ ਹੌਲੀ ਹੌਲੀ ਐਮਐਸਪੀ ਖਤਮ ਕਰ ਦੇਗੀ, ਸਰਕਾਰ ਖਰੀਦ 'ਚੋਂ ਹੌਲੀ ਹੌਲੀ ਆਪਣੇ ਆਪ ਨੂੰ ਬਾਹਰ ਕਰ ਲਏਗੀ। ਬਿਲਕੁਲ। ਇਹ ਖਦਸ਼ਾ ਕਿੰਨਾ ਕੁ ਜਾਇਜ਼ ਹੈ ਇੱਕ ਵੱਖਰੀ ਗੱਲ ਹੈ, ਪਰ ਹੁਣ ਸਰਕਾਰ ਨੇ ਜਿਹੜੇ ਪ੍ਰਪੋਜ਼ਲ ਜਿਨ੍ਹਾਂ ਦੀ ਅਸੀਂ ਪਹਿਲਾਂ ਚਰਚਾ ਕਰ ਰਹੇ ਸੀ ਉਹ ਕਿਸਾਨਾਂ ਨੂੰ ਭੇਜੇ ਹੈ। ਉਹਦੇ 'ਚ ਸਰਕਾਰ ਨੇ ਮੰਨਿਆ ਹੈ ਕਿ ਸਰਕਾਰ ਪਹਿਲਾਂ ਵੀ ਕਹਿੰਦੀ ਸੀ, ਪ੍ਰਧਾਨ ਮੰਤਰੀ ਹੋਰਾਂ ਨੇ ਕਈ ਸਟੇਜਸ ਤੋਂ ਕਿਹਾ, ਪਰ ਕਿਸਾਨ ਜਿਹੜਾ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਅਸੀਂ ਤੁਹਾਡੀ ਜ਼ੁਬਾਨ ਤੇ ਯਕੀਨ ਨਹੀਂ ਕਰਦੇ, ਤੁਸੀਂ ਬਲੈਕ ਐਂਡ ਵਾਈਟ ਦਿਓ, ਤੁਸੀਂ ਲਿਖ ਕੇ ਦਿਓ। ਤੇ ਸਰਕਾਰ ਨੇ ਹੁਣ ਜਿਹੜਾ ਨਵਾਂ ਪ੍ਰਪੋਜ਼ਲ ਭੇਜਿਆ ਉਹਦੇ ਸਰਕਾਰ ਨੇ ਕਿਹਾ ਹੈ ਕਿ ਅਸੀਂ ਲਿਖਤੀ ਤੁਹਾਨੂੰ ਇਹ ਅਸ਼ੋਰੈਂਸ ਦੇਣ ਨੂੰ ਤਿਆਰ ਹੈ ਕਿ ਐਮਐਸਪੀ ਜਿਹੜੀ ਹੈ ਉਹ ਜਾਰੀ ਰਹੇ। ਬਿਲਕੁਲ। ਇੱਕ ਤੇ ਇਹ ਹੈ ਕਿਸਾਨਾਂ ਦਾ ਖਦਸ਼ਾ ਸੀ ਐਮਐਸਪੀ ਨੂੰ ਲੈ ਕੇ ਬਿਲਕੁਲ। ਸਰਕਾਰ ਨੇ ਕਿਹਾ ਕਿ ਐਮਐਸਪੀ ਜਾਰੀ ਰਹੇਗੀ। ਹੁਣ ਵੀ ਖਰੀਦ ਹੋਈ ਹੈ, ਇਹ ਤੋਂ ਘੱਟ ਨਹੀਂ ਖਰੀਦਿਆ ਜਾਏਗਾ। ਕਿਸ ਤਰ੍ਹਾਂ ਵੀ ਉਹ ਜਿਹੜੀ ਕਲਾਜ਼ ਹੈ ਉਹ ਲਗਾ ਦਿੱਤੀ ਜਾਏਗੀ ਵੀ ਜੇ ਕੋਈ ਘੱਟ ਖਰੀਦੇਗਾ ਤਾਂ ਕਾਨੂੰਨ ਦੇ ਦਾਇਰੇ 'ਚ ਆਏਗਾ। ਤੇ ਇਹ ਸੀ ਇੱਕ ਜਿਹੜੀ ਹੈ ਉਹ ਕਿਸਾਨਾਂ ਦੀ ਮੰਗ। ਸਰਕਾਰ ਨੇ ਬਹੁਤ ਹੱਦ ਤੱਕ ਜਿਹੜਾ ਹੈ ਇਹਦੇ 'ਚ ਨਰਮੀ ਦਿਖਾਈ ਜੀ। ਤੇ ਹੁਣ ਇੱਕ ਦੂਜੀ ਗੱਲ ਜਿਹੜੀ ਏਪੀਐਮਸੀ ਦੀ ਆਪਾਂ ਜ਼ਿਕਰ ਕੀਤਾ ਕਿ ਏਪੀਐਮਸੀ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਪ੍ਰਾਈਵੇਟ ਪਲੇਅਰਸ ਆਉਗੇ ਮੰਡੀਆਂ ਤੋਂ ਇਲਾਵਾ, ਕਿਉਂਕਿ ਪਹਿਲਾਂ ਤਾਂ ਮੰਡੀਆਂ 'ਚ ਜ਼ਿਮੀਂਦਾਰ ਆਪਣੀ ਫਸਲ ਲੈ ਕੇ ਜਾਂਦਾ ਹੈ, ਕਿ ਮੰਡੀਆਂ ਤੋਂ ਇਲਾਵਾ ਜਿਹੜੇ ਹੋਰ ਖਰੀਦ ਕੇਂਦਰ ਪ੍ਰਾਈਵੇਟ ਕੰਪਨੀਆਂ ਜਾਂ ਕਾਰਪੋਰੇਟਸ ਬਣਾਉਣਗੇ ਉਹਨਾਂ ਤੇ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਇਨਸੈਂਟਿਵ ਕਰਨ ਵਾਸਤੇ ਕੋਈ ਟੈਕਸ ਉਹਨਾਂ ਤੇ ਨਹੀਂ ਲਾਏਗਾ। ਸਰਕਾਰ ਨੇ ਹੁਣ ਜਿਹੜਾ ਨਵਾਂ ਪ੍ਰਪੋਜ਼ਲ ਭੇਜਿਆ ਉਹਦੇ ਸਰਕਾਰ ਨੇ ਕਿਹਾ, ਕੇਂਦਰ ਸਰਕਾਰ ਨੇ, ਕਿ ਜੇ ਰਾਜ ਸਰਕਾਰਾਂ ਚਾਹਣ ਤਾਂ ਉਹਨਾਂ ਪ੍ਰਾਈਵੇਟ ਖਰੀਦ ਕੇਂਦਰਾਂ ਤੇ ਆਪਣੀ ਮਰਜ਼ੀ ਮੁਤਾਬਕ ਟੈਕਸ ਲਗਾ ਸਕਦੇ, ਕਿਉਂਕਿ ਸਰਕਾਰਾਂ ਦਾ ਜ਼ਿਆਦਾਤਰ ਇਹ ਕਹਿਣਾ ਸੀ ਕਿ ਸਾਨੂੰ ਬਹੁਤ ਸਾਰੀ ਆਮਦਨ ਹੁੰਦੀ ਹੈ ਮੰਡੀ ਟੈਕਸ, ਸੋਰਸ ਆਫ ਇਨਕਮ ਖਤਮ ਹੋ ਜਾਏਗਾ ਇੱਕ ਤਰ੍ਹਾਂ। ਇਹਦਾ ਮੰਡੀ ਬੋਰਡ ਹੈ ਪੰਜਾਬ ਦਾ, ਉਹ ਜਿਹੜਾ ਰੂਰਲ ਇਨਫਰਾਸਟ੍ਰਕਚਰ ਹੈ, ਸੜਕਾਂ ਬਣਾਉਣ ਵਾਸਤੇ, ਮੰਡੀਆਂ ਬਣਾਉਣ ਵਾਸਤੇ ਸਰਕਾਰ ਉਸ ਪੈਸੇ 'ਚੋਂ ਕਾਫੀ ਖਰਚ ਕਰਦੀ ਹੈ, ਕਿ ਜੇ ਰਾਜ ਸਰਕਾਰਾਂ ਚਾਹਣ ਤਾਂ ਉਹਨਾਂ ਮੰਡੀਆਂ ਤੇ ਵੀ ਟੈਕਸ ਲਾ ਸਕਦੀ ਹੈ। ਇਹ ਸਰਕਾਰਾਂ ਦੀ ਮਰਜ਼ੀ ਹੋਈ ਜੀ। ਬਿਲਕੁਲ। ਇੱਕ ਹੋਰ ਇਹਦੇ 'ਚ ਬੜੀ ਵੱਡੀ ਸੀ ਵੀ ਕਿਸਾਨ ਜਦੋਂ ਕੋਈ ਕਿਸੇ ਨਾ ਕਿਸੇ ਕਾਨੂੰਨੀ ਅੜਚਨ ਆਉਂਦੀ ਹੈ ਕਿਸਾਨਾਂ ਨੂੰ ਖਰੀਦ ਦੇ ਵਿੱਚ, ਜਿਹੜੇ ਕੰਟਰੈਕਟ ਫਾਰਮਿੰਗ ਸੀ, ਕੰਟਰੈਕਟ ਫਾਰਮਿੰਗ ਤੋਂ ਬਾਅਦ ਫਿਰ ਐਸਡੀਐਮ ਦੇ ਕੋਲ ਹੀ ਸਿਰਫ ਅਪੀਲ ਕੀਤੀ ਜਾ ਸਕਦੀ ਜਾਂ ਦਿੱਤਾ ਜਾ ਸਕਦਾ ਸੀ, ਆਪਣਾ ਸ਼ਿਕਾਇਤ ਦਿੱਤੀ ਜਾ ਸਕਦੀ ਸੀ। ਉਹ ਵੀ ਹੁਣ ਕਿਹਾ ਜਾ ਰਿਹਾ ਵੀ ਉਹ ਤੋਂ ਉਸ ਦਾ ਵੀ ਹੱਲ ਕੀਤਾ ਗਿਆ ਵੀ ਇਹ ਜਿਹੜਾ ਹੈਗਾ ਇਹ ਕਾਨੂੰਨਨ ਬਣਾ ਦਿੱਤਾ ਗਿਆ ਹੈ ਵੀ ਇਹ ਜਿਹੜਾ ਹੈਗਾ ਇਹਨੂੰ ਦੀਵਾਨੀ ਅਦਾਲਤਾਂ ਦੇ ਵਿੱਚ ਲਿਆਇਆ ਜਾ ਸਕਦਾ ਹੈ। ਇਹ ਸਹੀ ਹੈ ਤੁਹਾਡੀ ਗੱਲ ਕਿ ਕਿਸਾਨਾਂ ਦੇ ਖਦਸ਼ਾ ਸੀ, ਕਿਉਂਕਿ ਦੇਖੋ ਜਦੋਂ ਐਸਡੀਐਮ ਦੀ ਕਚਹਿਰੀ ਲੱਗਦੀ ਹੈ ਜਾਂ ਏਡੀਸੀ ਦੀ ਕਚਹਿਰੀ ਲੱਗਦੀ ਹੈ ਜਾਂ ਡਿਪਟੀ ਕਮਿਸ਼ਨਰ ਦੀ ਕਚਹਿਰੀ ਲੱਗਦੀ ਹੈ, ਹੁੰਦਾ ਇਹ ਹੈ ਕਿ ਰਾਜ ਕਰਦੀ ਜਿਹੜੀ ਪਾਰਟੀ ਹੈ ਜਾਂ ਉਹਦੇ ਨੁਮਾਇੰਦੇ ਹੈ, ਜਿੱਤੇ ਹੋਏ ਜਾਂ ਹਾਰੇ ਹੋਏ, ਜਿਹੜੇ ਉਸ ਇਲਾਕੇ 'ਚ ਪ੍ਰਭਾਵ ਰੱਖਦੇ ਆ, ਇਹ ਜਿਹੜੇ ਐਗਜ਼ੀਕਿਊਟਿਵ ਬੰਦੇ ਹੁੰਦੇ ਇਹ ਉਹਨਾਂ ਦੇ ਪ੍ਰਭਾਵ ਖੇਤਰ 'ਚ ਹੁੰਦੇ। ਸੋ ਐਸਡੀਐਮ ਦੀ ਅਦਾਲਤਾਂ 'ਚ ਤੇ ਏਡੀਸੀ ਡੀਸੀ ਦੀਆਂ ਅਦਾਲਤਾਂ 'ਚ ਲੋਕਾਂ ਦਾ ਪ੍ਰਭਾਵ ਸੀ ਕਿ ਸੁਣੀ ਉਹਨਾਂ ਦੀ ਜਾਂਦੀ ਹੈ ਜਿਨ੍ਹਾਂ ਦਾ ਸਰਕਾਰੀ ਦਰਬਾਰੇ ਪਹੁੰਚ ਹੁੰਦੀ। ਤੇ ਕਿਸਾਨਾਂ ਦਾ ਇਹ ਕਹਿਣਾ ਸੀ ਜੀ ਕੰਟਰੈਕਟ ਫਾਰਮਿੰਗ ਦੇ ਕਿਸੇ ਵੀ ਜਿਹੜੇ ਹੈ ਉਹ ਕਾਇਦੇ ਦੀ ਉਲੰਘਣਾ ਹੁੰਦੀ ਹੈ ਤੇ ਅਸੀਂ ਐਸਡੀਐਮ ਕੋਲ ਜਾਂਦੇ ਹਾਂ ਤਾਂ ਸਾਡੀ ਕਿਹਨੇ ਸੁਣਵਾਈ ਕਰਨੀ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉੱਥੇ ਕਾਰਪੋਰੇਟਸ ਦਾ ਜਿਹੜਾ ਹੈ ਉਹਨਾਂ ਦਾ ਕਿਸਾਨਾਂ ਦਾ ਮੰਨਣਾ ਕਿ ਪ੍ਰਭਾਵ ਜ਼ਿਆਦਾ ਹੋਏਗਾ, ਐਸਡੀਐਮ ਡੀਸੀ ਨੇ ਕਹਿਣਾ ਉਹਨਾਂ ਦਾ ਮੰਨਣਾ। ਇਸ ਕਰਕੇ ਕਿਸਾਨ ਇਹ ਕਹਿੰਦੇ ਸੀ ਕਿ ਅਦਾਲਤਾਂ 'ਚ ਜਿਹੜੀ ਜੁਡੀਸ਼ੀਅਲ ਕੋਰਟਸ ਹੈ ਉਹਨਾਂ 'ਚ ਜਾਣ ਦੀ ਇਜਾਜ਼ਤ ਵੀ ਦਿੱਤੀ ਜਾਵੇ। ਸਰਕਾਰ ਨੇ ਹੁਣ ਲਿਖਤੀ ਪ੍ਰਪੋਜ਼ਲ ਜਿਹੜਾ ਦਿੱਤਾ ਹੈ ਉਹਦੇ ਦਾਵੜਾ ਜੀ ਇਹ ਵੀ ਕਿਹਾ ਹੈ ਕਿ ਤੁਸੀਂ ਐਸਡੀਐਮ ਤੋਂ ਇਲਾਵਾ ਜਿਹੜਾ ਜੁਡੀਸ਼ੀਅਲ ਕੋਰਟ 'ਚ ਜਾਣ ਦੀ ਇਜਾਜ਼ਤ ਵੀ ਤੁਹਾਨੂੰ ਦੇਵਾਂਗੇ, ਅਸੀਂ ਇਹ ਅਮੈਂਡਮੈਂਟ ਵੀ ਕਰ ਦੇਵਾਂਗੇ। ਇੱਕ ਹੋਰ ਗੱਲ ਸੀ ਕਿ ਇਹਦੇ 'ਚ ਕੰਟਰੈਕਟ ਫਾਰਮਿੰਗ ਦੀ, ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਬਹੁਤ ਕੁਝ ਆਇਆ ਸੀਗਾ ਵੀ ਪਹਿਲੇ ਤਾਂ ਇਹ ਸੀਗਾ ਵੀ ਇਹਨੂੰ ਖਰੀਦ ਕੌਣ ਸਕਦਾ ਹੈ, ਇਹ ਪਾਰਟੀ ਕੌਣ ਹੋਏਗੀ ਜਿਹੜੀ ਸਰਕਾਰ ਤੋਂ ਇਲਾਵਾ। ਉਹਦੇ ਵਿੱਚ ਉਹਨਾਂ ਨੇ ਪਹਿਲੇ ਕਲਾਸ ਲਾਈ ਸੀ ਵੀ ਜਿਹਦੇ ਕੋਲ ਵੀ ਪੈਨ ਕਾਰਡ ਹੈਗਾ ਉਹ ਖਰੀਦ ਸਕਦਾ ਹੈ। ਇਸ ਦੇ ਵਿੱਚ ਵੀ ਚੇਂਜ ਕੀਤੀ ਗਈ ਹੈ। ਹਾਂ, ਸਰਕਾਰ ਨੇ ਜਿਹੜਾ ਨਵਾਂ ਐਕਟ ਲਿਆਂਦਾ ਸੀ ਉਹਦੇ 'ਚ ਇਹ ਸੀ ਕਿ ਜੇ ਕੋਈ ਵੀ ਵਿਅਕਤੀ ਖਰੀਦ ਸਕਦਾ ਜਿਹਦੇ ਕੋਲ ਵੈਲਿਡ ਪੈਨ ਕਾਰਡ ਹੋਲਡਰ ਹੈ, ਬਿਲਕੁਲ, ਤੇ ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਲੋੜ ਨਹੀਂ। ਕਿਸਾਨਾਂ ਦੇ ਸੰਬੰਧੀ ਜਿਹੜਾ ਕੰਸਰਨ ਸੀ, ਖਦਸ਼ਾ ਇਹ ਸੀ ਕਿ ਕੋਈ ਵੀ ਕਿਸੇ ਨੂੰ ਠੱਗ ਕੇ ਚਲਾ ਜਾਵੇ, ਲੁੱਟ ਕੇ ਚਲਾ ਜਾਵੇ,
ਉਹਦਾ ਕਿਸੇ ਨੇ ਕੀ ਕਰ ਲੈਣਾ, ਕਿਉਂਕਿ ਉਹਦੀ ਕਿਤੇ ਕੋਈ ਰਜਿਸਟ੍ਰੇਸ਼ਨ ਨਹੀਂ ਆ, ਸਿਰਫ ਉਹਦੇ ਕੋਲ ਪੈਨ ਕਾਰਡ ਹੈ, ਪੈਨ ਕਾਰਡ ਤੁਹਾਡਾ ਬਣ ਸਕਦਾ, ਹਰ ਬੰਦੇ ਦਾ ਪੈਨ ਕਾਰਡ ਹੈ। ਬਿਲਕੁਲ। ਤੇ ਹੁਣ ਜਿਹੜੀ ਨਵੀਂ ਪ੍ਰਪੋਜ਼ਲ ਸਰਕਾਰ ਨੇ ਇਹਦੇ 'ਚ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧ 'ਚ ਉਹਨਾਂ ਨੂੰ ਦਿੱਤੀ ਹੈ, ਉਹਦੇ 'ਚ ਇਹ ਹੈ ਕਿ ਜੇ ਰਾਜ ਸਰਕਾਰਾਂ ਚਾਹਣ ਤਾਂ ਹਰੇਕ ਖਰੀਦ ਕਰਨ ਵਾਲੇ ਵਿਅਕਤੀ ਦੀ ਇੱਕ ਰਜਿਸਟ੍ਰੇਸ਼ਨ ਕਰ ਸਕਦਾ, ਕਿ ਆਪ ਜਿੱਦਾਂ ਆੜਤੀ ਹੁੰਦੇ, ਆੜਤੀਆਂ ਦੇ ਕੋਈ ਇੱਕ ਲਾਇਸੈਂਸ ਹੋਲਡਰ ਹੈਗੇ, ਇਹਨੂੰ ਸੂਬਾ ਸਰਕਾਰ ਕਰੇਗੀ ਜੀ ਰਜਿਸਟ੍ਰੇਸ਼ਨ। ਸੂਬਾ ਸਰਕਾਰ ਇਹਨੂੰ ਰਜਿਸਟਰ ਕਰੇਗੀ। ਮੰਨ ਲਓ ਇੱਕ ਤਰ੍ਹਾਂ ਦਾ ਆੜਤੀ ਹੋ ਜਾਏਗਾ, ਆੜਤੀ ਹੋ ਜਾਏਗਾ ਕਿ ਤੁਹਾਡਾ ਤੁਸੀਂ ਸਰਕਾਰ ਕੋਲ ਰਜਿਸਟਰਡ ਹੈ, ਰਜਿਸਟਰਡ ਆਦਮੀ ਹੀ ਜਿਹੜਾ ਹੈ ਕਿਸਾਨਾਂ ਦੀ ਜ਼ਮੀਨ ਉਹਦੀ ਫਸਲ ਦੀ ਜਿਣਸ ਦੀ ਖਰੀਦ ਕਰ ਸਕਦਾ। ਇਹ ਵੀ ਸਰਕਾਰ ਨੇ ਇਹਦੇ 'ਚ ਮੰਨਿਆ ਜੀ। ਉਸੇ ਤਰ੍ਹਾਂ ਹੋ ਗਿਆ ਵੀ ਜਿਸ ਤਰ੍ਹਾਂ ਬਾਹਰ ਵਿਦੇਸ਼ ਭੇਜਣ ਵਾਲੇ ਏਜੰਟ ਹੈਗੇ ਆ, ਕੁਝ ਰਜਿਸਟਰਡ ਹੁੰਦੇ ਤੇ ਕੁਝ ਅਨਰਜਿਸਟਰਡ ਹੁੰਦੇ। ਇਹਦੇ ਵਿੱਚ ਇਹ ਹੋ ਗਿਆ ਵੀ ਜਿਹੜਾ ਰਜਿਸਟਰਡ ਦੇ ਉੱਤੇ ਯਕੀਨ ਕੀਤਾ ਜਾ ਸਕਦਾ ਬੰਦੇ ਤੇ, ਉਹਦੀ ਸੁਣਵਾਈ ਹੋਈ, ਉਹ ਖਰੀਦ ਕਰ ਸਕਦਾ। ਕੰਟਰੈਕਟ ਫਾਰਮਿੰਗ ਬਾਰੇ ਕੀ ਹੈ? ਦੇਖੋ ਕੰਟਰੈਕਟ ਫਾਰਮਿੰਗ 'ਚ ਕਿਸਾਨਾਂ ਦੇ ਖਦਸ਼ੇ ਸੀ ਜਿਹੜੇ, ਇੱਕ ਤਾਂ ਇਹ ਸੀ ਕਿ ਜਿਹਨੂੰ ਤੁਸੀਂ ਆਪਣੀ ਜ਼ਮੀਨ ਜਾਂ ਫਸਲ ਦਾ ਜਿਹਦੇ ਨਾਲ ਕੰਟਰੈਕਟ ਕੀਤਾ ਹੈ, ਉਹ ਹੋ ਸਕਦਾ ਤੁਹਾਡੀ ਜ਼ਮੀਨ ਤੇ ਕੋਈ ਕਿਸੇ ਤਰ੍ਹਾਂ ਦਾ ਕਰਜ਼ ਲੈ ਲਵੇ। ਬਿਲਕੁਲ। ਸਰਕਾਰ ਨੇ ਕਿਹਾ ਸੀ ਲਿਖਤੀ ਇੰਸ਼ੋਰੈਂਸ ਜਾਂ ਕਾਨੂੰਨ 'ਚ ਪਰਿਵਰਤਨ, ਪਹਿਲਾਂ ਵੀ ਉਹਦੇ 'ਚ ਹੈ ਨਹੀਂ ਕਿ ਅਸੀਂ ਫੇਰ ਵੀ 'ਚ ਨਵੀਂ ਕਲੌਜ਼ ਵੀ ਕੋਈ ਐਡ ਕਰ ਦਾਂਗੇ ਕਿ ਉਹਦੇ ਤੇ ਤੁਸੀਂ ਕਿਸੇ ਤਰ੍ਹਾਂ ਦੀ ਉਹਨੂੰ ਮੌਰਟਗੇਜ ਨਹੀਂ ਕਰ ਸਕਦੇ ਉਸ ਜ਼ਮੀਨ ਨੂੰ, ਉਹਨੂੰ ਰਹਿਣ ਨਹੀਂ ਕਰ ਸਕਦਾ ਦੂਜਾ ਵਿਅਕਤੀ ਜਿਹਨਾਂ ਕੰਟਰੈਕਟ ਫਸਲ ਦਾ ਕਰਨਾ ਹੈ। ਜ਼ਿਮੀਂਦਾਰ ਨਹੀਂ ਉਹ ਤਾਂ ਕਰ ਸਕਦਾ, ਦੂਜਾ ਵਿਅਕਤੀ ਉਹ ਉਹਨੂੰ ਰਹਿਣ ਨਹੀਂ ਕਰ ਸਕਦਾ, ਉਹਦੇ ਤੇ ਕਿਸੇ ਤਰ੍ਹਾਂ ਦਾ ਲੋਨ ਨਹੀਂ ਲੈ ਸਕਦਾ। ਤੇ ਕੰਟਰੈਕਟ ਫਾਰਮਿੰਗ ਦੇ ਇਸ ਐਕਟ 'ਚ ਪਹਿਲਾਂ ਵੀ ਸੀ ਕਿ ਜੇ ਤੁਸੀਂ ਕੰਟਰੈਕਟ ਕਰਦੇ ਹੋ ਕਿਸਾਨ ਦੀ ਜ਼ਮੀਨ ਤੇ ਕਿਸੇ ਤਰ੍ਹਾਂ ਦਾ ਕੋਈ ਸਟਰਕਚਰ ਖੜਾ ਕਰ ਦਿਓ ਜੀ, ਕੋਈ ਸਟਰਕਚਰ ਖੜਾ ਕਰ ਦਿਓ, ਉਹ ਸਟਰਕਚਰ ਤੁਸੀਂ ਹਟਾ ਕੇ ਦੇਣ ਲਈ ਪਾਬੰਦ ਹੋਵੋਗੇ ਜੀ। ਤੇ ਜੇ ਤੁਸੀਂ ਸਟਰਕਚਰ ਨਹੀਂ ਹਟਾਉਂਦੇ ਉਹਦੀ ਓਨਰਸ਼ਿਪ ਜਿਹੜੀ ਹੈ ਉਹ ਕਿਸਾਨ ਦੀ ਕੁਝ ਚਿਰ ਬਾਅਦ ਹੋ ਜਾਏਗੀ ਜੀ। ਬਿਲਕੁਲ। ਤੇ ਇਹ ਵੀ ਸਰਕਾਰ ਨੇ ਮੰਨਿਆ ਕਿ ਅਸੀਂ ਇਹ ਵੀ ਕਰਨ ਨੂੰ ਤਿਆਰ ਹਾਂ ਕਿ ਤੁਸੀਂ ਉਸ ਜ਼ਮੀਨ ਨੂੰ ਮੌਰਟਗੇਜ ਨਹੀਂ ਕਰ ਸਕਦੇ, ਜਾਂ ਕਿਸਾਨ ਦੀ ਜ਼ਮੀਨ ਦੀ ਕੁਰਕੀ ਫਸਲ ਦੇ ਕੰਟਰੈਕਟ ਜੇ ਪੂਰਾ ਨਹੀਂ ਹੁੰਦਾ ਉਹ ਤੋਂ ਕਿਸੇ ਕਾਰਨ, ਜਾਂ ਮੰਨ ਲਓ ਕੋਈ ਆਫਤ ਆ ਜਾਂਦੀ, ਕੋਈ ਜਿੱਦਾਂ ਟਿੱਡੀ ਦਾ ਲਾ ਜਾਂਦਾ ਫਸਲ ਨੂੰ, ਕੁਝ ਹੋਰ ਹੋ ਜਾਂਦਾ, ਤਾਂ ਕਿਸਾਨ ਦੀ ਜ਼ਮੀਨ ਦੀ ਕੁਰਕੀ ਜਿਹੜੀ ਹੈ ਕਿਸੇ ਵੀ ਹਾਲਤ 'ਚ ਨਹੀਂ ਹੋਈ। ਜੀ ਜੀ। ਲੇਕਿਨ ਇੱਕ ਪਾਸੇ ਇਹ ਆਂਦਾ ਵੀ ਇਹ ਹੋਰ ਜਿਹੜੀਆਂ ਅਮੈਂਡਮੈਂਟਸ ਨੇ ਉਹ ਕਿਹੜੀਆਂ ਨੇ ਜਿਹੜੀਆਂ ਹੋਰ ਪ੍ਰਸਤਾਵ ਜਿਹੜੇ ਹੈ ਉਹ ਭੇਜੇ ਸਰਕਾਰ ਵੱਲੋਂ? ਦੇਖੋ ਇੱਕ ਤਾਂ ਸੀ ਕਿਸਾਨਾਂ ਦਾ ਜਿਹੜਾ ਅਸੀਂ ਪਿੱਛੇ ਜੇ ਵੀ ਦੇਖਿਆ ਸੀ, ਆਪਣੇ ਪ੍ਰੋਗਰਾਮ 'ਚ ਵੀ ਕਾਫੀ ਡਿਸਕਸ ਕੀਤੀ, ਦਿੱਲੀ ਦੇ ਪੋਲਿਊਸ਼ਨ ਨੂੰ ਲੈ ਕੇ ਪਰਾਲੀ ਬਾਰੇ NGT ਨੇ ਕਿਹਾ ਸੀ ਕਿ ਤੁਸੀਂ ਜਿਹੜਾ ਹੈ ਕਾਨੂੰਨ ਸਖਤ ਕਰੋ, ਫਲਾਨਾ ਕਰੋ, ਧਮਕਾ ਕਰੋ। ਉਹਦੇ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਸੀ ਜਿਹਦੇ 'ਚ ਕਾਫੀ ਪੈਨਲਟੀ ਸੀ ਜਿਹੜੀ 1 ਕਰੋੜ ਤੱਕ ਵੀ ਚਲੀ ਜਾਂਦੀ ਹੈ, ਜਿਹੜਾ ਕਿ ਉਸ ਕਾਨੂੰਨ ਦੀ ਉਲੰਘਣਾ ਕਰਦਾ। ਸਰਕਾਰ ਨੇ ਕਿਹਾ ਸੀ ਇਸ ਕਾਨੂੰਨ 'ਚ ਵੀ ਨਰਮੀ ਕਰਨ ਲਈ ਤਿਆਰ ਹੈ, ਢਿੱਲ ਦੇਣ ਲਈ ਤਿਆਰ ਹੈ, ਕਿ ਜਿਹੜੇ ਕਾਨੂੰਨ 'ਚ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕਿਸਾਨਾਂ ਲਈ ਕਿਸੇ ਨਾ ਕਿਸੇ ਤਰ੍ਹਾਂ ਦੇ ਕਿਸਾਨਾਂ ਦੇ ਪੱਖ 'ਚ ਨਹੀਂ ਹੈ ਕਿ ਤੁਹਾਨੂੰ 1 ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ, ਉਹ ਵੀ ਅਸੀਂ ਵਾਪਸ ਲੈ। ਪਰ ਇਹ 3 ਖੇਤੀ ਬਿੱਲਾਂ ਤੋਂ ਇਲਾਵਾ ਬਿੱਲ ਸੀ। ਨਹੀਂ, ਕਿਸਾਨਾਂ ਦੀਆਂ ਮੰਗਾਂ ਨੇ ਹੁਣ ਖੇਤੀ ਬਿੱਲਾਂ ਤੋਂ ਇਲਾਵਾ ਕਿਸਾਨ ਜਿਹੜੀਆਂ ਮੰਗਾਂ ਉਹਨਾਂ ਅੱਗੇ ਰੱਖਦੇ ਆ, ਉਹਦੇ 'ਚ ਇੱਕ ਮੰਗ ਇਹ ਵੀ ਸੀ ਤੇ ਇੱਕ ਸੀ ਬਿਜਲੀ ਸੰਸ਼ੋਧਨ ਦੀ, ਕਿ ਜਿਹੜਾ ਬਿਜਲੀ ਸੰਸ਼ੋਧਨ ਬਿੱਲ 2020 ਹੈ ਤੁਸੀਂ ਇਹਨੂੰ ਵੀ ਵਾਪਸ ਲਓ। ਸਰਕਾਰ ਨੇ ਉਹਦੇ 'ਚ ਵੀ ਕਿਹਾ ਹੈ ਕਿ ਉਹ ਸਿਰਫ ਅਜੇ ਡਰਾਫਟ ਹੈ, ਅਸੀਂ ਅਜੇ ਪੇਸ਼ ਨਹੀਂ ਕੀਤਾ, ਉਹ ਡਰਾਫਟ ਹੈ ਤੇ ਡਰਾਫਟ ਹੀ ਰਹੇਗਾ, ਕਿਉਂਕਿ ਕਿਸਾਨਾਂ ਦਾ ਖਦਸ਼ਾ ਸੀ ਕਿ ਜਦੋਂ ਨਵਾਂ ਬਿਜਲੀ ਬਿੱਲ ਆ ਜਾਏਗਾ ਕਿਸਾਨਾਂ ਨੂੰ ਬਹੁਤ ਸਾਰੀ ਸਬਸਿਡੀ ਜਿਹੜੀ ਹੈ ਉਹ ਬਿਜਲੀ ਤੇ ਮਿਲਦੀ ਹੈ, ਕਿ ਨਵੇਂ ਜਦੋਂ ਬਿਜਲੀ ਬਿੱਲ ਆ ਜਾਏਗਾ ਸਾਡੀਆਂ ਸਬਸਿਡੀਆਂ ਜਿਹੜੀਆਂ ਬਿਜਲੀ ਦੇ ਮਾਮਲੇ 'ਚ ਖਤਮ ਹੋ ਜਾਣਗੀਆਂ। ਹੁਣ ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ, ਕਿਉਂਕਿ ਇਹਦੇ ਵਿੱਚ ਕੁਝ ਰਹਿ ਨਹੀਂ ਗਿਆ ਮੇਰੇ ਹਿਸਾਬ ਨਾਲ ਜਿਹੜਾ ਅਮੈਂਡ ਨਾ ਕੀਤਾ ਹੋਵੇ, ਜਿਹਦੇ ਵਿੱਚ ਜਿਹੜਾ ਪ੍ਰਸਤਾਵ ਦੇ ਵਿੱਚ ਵੀ ਅਸੀਂ ਇਹ ਕਰਨ ਨੂੰ ਤਿਆਰ ਹੈਗੇ ਹਾਂ, ਅਸੀਂ ਸਾਰੀਆਂ ਗੱਲਾਂ ਮੰਗਾਂ ਮੰਨਣ ਨੂੰ ਤਿਆਰ ਹੈ, ਸਾਰਾ ਕੁਝ ਕਰਨ ਨੂੰ ਤਿਆਰ ਹੈਗੇ ਹਾਂ, ਜਦ ਕਿ ਕਿਸਾਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਹ ਤਿੰਨੇ ਖੇਤੀ ਬਿੱਲ ਪੂਰਨ ਰੂਪ ਦੇ ਵਿੱਚ ਵੈਸੇ ਹੀ ਰੱਦ ਕਰ ਦਿੱਤੇ ਜਾਣ। ਫਿਰ ਇੱਕ ਗੱਲ ਦੱਸੋ, ਜਦੋਂ ਅਸੀਂ 99% ਚੇਂਜ ਕਰਨ ਨੂੰ ਤਿਆਰ ਹੈਗੇ ਹਾਂ, ਜਦੋਂ ਉਹ ਸਹੀ ਨਹੀਂ ਸੀਗੇ ਅਸੀਂ ਉਸ ਚੀਜ਼ ਨੂੰ ਚੇਂਜ ਕਰਨ ਨੂੰ ਤਿਆਰ ਹੈਗੇ ਹਾਂ, ਫਿਰ ਇਹਨਾਂ ਬਿੱਲਾਂ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ? ਕਿਉਂ ਸਰਕਾਰ ਰੜੀ ਹੋਈ ਹੈ ਵੀ ਅਸੀਂ ਇਹ ਤਿੰਨੇ ਬਿੱਲ ਰੱਖਣੇ ਹੀ ਰੱਖਣੇ ਹੈਗੇ, ਜੋ ਮਰਜ਼ੀ ਕਰ ਲਓ? ਦੇਖੋ ਦਾਵੜਾ ਜੀ, ਇਹ ਇੱਕ ਲੰਬਾ ਵਿਸ਼ਾ ਹੈ ਕਿ MSP ਇਹ ਸਰਕਾਰ ਨੂੰ ਬਹੁਤ ਚਿਰ ਤੋਂ ਦਬਾਅ ਸੀ, ਬਹੁਤ ਸਾਰੀਆਂ ਕਮੇਟੀਆਂ ਬਣੀਆਂ, ਐਗਰੀਕਲਚਰ ਇਕਨੋਮਿਸਟ ਵੀ ਕਹਿੰਦੇ ਸੀ ਕਿ ਜਦੋਂ ਤੁਸੀਂ ਬਾਕੀ ਸੁਧਾਰ ਕੀਤੇ ਨੇ, ਆਰਥਿਕ ਸੁਧਾਰ ਹੋਏ ਨੇ, ਹਰ ਖੇਤਰ ਨੇ ਤਰੱਕੀ ਕੀਤੀ ਹੈ, ਜਿਹੜਾ ਖੇਤੀਬਾੜੀ ਹੈ ਇਹ ਪਿੱਛੇ ਰਹਿ ਗਈ ਹੈ, ਇਹਨੂੰ ਮਾਰਕੀਟ ਨਾਲ ਤੁਸੀਂ ਜੋੜਨ ਦੀ ਕੋਸ਼ਿਸ਼ ਕਰੋ, ਨਵੇਂ ਸਮੇਂ ਮੁਤਾਬਕ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਸਾਰੀਆਂ ਪਾਰਟੀਆਂ ਨੇ ਪਹਿਲਾਂ ਕਿਸਾਨ ਯੂਨੀਅਨ ਮੰਗ ਕਰਦੀਆਂ ਸੀ, ਮੈਂ ਕੱਲ੍ਹ ਹੀ ਦੇਖਦਾ ਸੀ, ਪੁਰਾਣੀਆਂ ਕਿਸਾਨ ਯੂਨੀਅਨਾਂ ਨੇ, ਸ਼ਰਦ ਜੋਸ਼ੀ ਬੜਾ ਵੱਡਾ ਲੀਡਰ ਹੁੰਦਾ ਸੀ, ਉਹਨਾਂ ਨੇ ਧਰਨੇ ਮੁਜ਼ਾਹਰੇ ਵੀ ਕੀਤੇ ਕਿ ਕਾਰਪੋਰੇਟਸ ਨੂੰ ਖਰੀਦਣ ਦੀ ਇਜਾਜ਼ਤ ਦਿਓ, ਅਸੀਂ ਸਿਰਫ ਸਰਕਾਰ ਕੋਲ ਖਰੀਦਦੇ ਹਾਂ, ਸਾਨੂੰ ਨਵੇਂ ਆਪਸ਼ਨ ਦੇਣ ਤੋਂ ਤੁਸੀਂ ਕਿਉਂ ਵਰਜ ਕਰ ਰਹੇ ਹੋ, ਜਦ ਇੱਕ ਇੰਡਸਟਰੀਅਲਿਸਟ ਆਪਣਾ ਸਮਾਨ ਅਮਰੀਕਾ ਵੀ ਵੇਚ ਸਕਦਾ, ਯੂਰਪ 'ਚ ਵੀ ਜਾ ਕੇ ਵੇਚ ਸਕਦਾ, ਅਸੀਂ ਕਿਉਂ ਆਪਣੀ ਫਸਲ ਸਿਰਫ ਆਪਣੀ ਫਸਲ ਸਰਕਾਰ ਨੂੰ ਵੇਚੀਏ, ਪ੍ਰਾਈਵੇਟ ਪਲੇਅਰਸ ਨੂੰ ਅਸੀਂ ਕਿਉਂ ਨਾ ਵੇਚੀਏ? ਜੇ ਸਾਡੇ ਕੋਲ ਉਹਨੂੰ ਜਿਹੜਾ ਹੈ ਦੇਣ ਲਈ ਉਹ ਜ਼ਿਆਦਾ ਦੇ ਰਿਹਾ ਤਾਂ ਅਸੀਂ ਉੱਥੇ ਕਿਉਂ ਨਾ ਵੇਚ ਸਕੀਏ? ਇਹ ਤੁਸੀਂ ਮੰਡੀ ਐਕਟ APMC 'ਚ ਸੁਧਾਰ ਕਰੋ ਜੀ। ਸੋ ਆਪਣੇ ਚੋਣ ਮੈਨੀਫੈਸਟੋਆਂ 'ਚ ਵੀ ਕਾਂਗਰਸ ਪਾਰਟੀ ਨੇ ਵੀ ਕਿਹਾ ਸੀ ਕਿ ਅਸੀਂ APMC 'ਚ ਸੁਧਾਰ ਕਰਾਂਗੇ। ਪੰਜਾਬ ਨੇ ਬਹੁਤ ਚਿਰ ਪਹਿਲਾਂ APMC 'ਚ ਸੁਧਾਰ ਕਰ ਦਿੱਤਾ ਸੀ, ਪ੍ਰਾਈਵੇਟ ਪਲੇਅਰਸ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ।
ਸੋ ਕਿਸਾਨ ਯੂਨੀਅਨਾਂ ਹੁਣ ਅੜੀਆਂ ਹੋਈਆਂ ਇਸ ਯੈਸ ਤੇ ਨੋ ਤੇ, ਬਿਲਕੁਲ ਕਿ ਹਾਂ ਜਾਂ ਨਾ। ਬਿਲਕੁਲ ਮੈਂ ਸਮਝਦਾ ਕਿ ਕਿਸਾਨ ਯੂਨੀਅਨਾਂ ਨੂੰ ਵੀ ਸਟੈਂਡ ਆਪਣਾ ਡਾਇਲਿਊਟ ਕਰਨਾ ਚਾਹੀਦਾ ਥੋੜਾ ਜਿਹਾ। ਜਦੋਂ ਤੁਸੀਂ ਜਿੱਦਾਂ ਦੱਸਿਆ ਕਿ 99% ਤਾਂ ਮੰਨ ਹੀ ਲਈਆਂ ਗਈਆਂ, ਹੁਣ ਸਰਕਾਰ ਦਾ ਵੀ ਇੱਕ ਇਕਬਾਲ ਹੈ, ਉਹ ਰਹਿਣਾ ਚਾਹੀਦਾ ਕਿ ਜਦੋਂ ਉਹਨਾਂ ਨੇ ਕਾਨੂੰਨ ਬਣਾਇਆ, ਉਹ ਕਾਨੂੰਨ ਲੋਕ ਸਭਾ 'ਚ ਪਾਸ ਕੀਤਾ, ਰਾਜ ਸਭਾ 'ਚ ਪਾਸ ਕੀਤਾ, ਤੇ ਹੁਣ ਇੱਕਦਮ ਵਾਪਸ ਲੈ ਲੈਣਾ ਜਿਹੜਾ ਹੈ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਲਈ ਬੜਾ ਔਖਾ ਹੈ। ਦੇਖੋ ਕਈ ਇਹ ਤਾਂ ਮੰਨਣਾ ਪਏਗਾ ਰਾਣਾ ਜੀ ਤੁਹਾਨੂੰ ਕਿ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਸ਼ੁਰੂ ਤੋਂ ਹੋ ਗਈ ਜਿਸ ਦਿਨ ਇਹ ਆਰਡੀਨੈਂਸ ਲਿਆਂਦੇ ਗਏ, ਕਿਉਂਕਿ ਸਮਾਂ ਨਹੀਂ ਸੀ। ਇੱਕ ਪਾਸੇ ਅਸੀਂ ਪੂਰਾ ਵਰਲਡ, ਸਿਰਫ ਭਾਰਤ ਨਹੀਂ ਪੂਰਾ ਵਿਸ਼ਵ ਜਿਹੜਾ ਹੈ ਉਹ ਕਰੋਨਾ ਪੀੜਤ ਸੀ, ਕਰੋਨਾ ਦੀ ਲੜਾਈ ਲੜ ਰਿਹਾ ਸੀ। ਦੂਸਰੇ ਪਾਸੇ ਜੂਨ ਮਹੀਨੇ ਦੇ ਵਿੱਚ ਚੁੱਪ ਚਪੀਤੇ 5 ਜੂਨ ਨੂੰ ਜਿਹੜੇ ਆ ਉਹ ਆਰਡੀਨੈਂਸ ਪਾਸ ਕਰ ਦਿੱਤੇ ਜਾਂਦੇ ਆ, ਆਰਡੀਨੈਂਸ ਲਿਆਂਦੇ ਜਾਂਦੇ ਆ, ਮਤਲਬ ਉਹ ਤੋਂ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਉਹ ਕਾਨੂੰਨ ਬਣਾ ਦਿੱਤਾ ਜਾਂਦਾ ਹੈ। ਮਤਲਬ ਇੱਕ ਤਾਂ ਉਹਦੀ ਜਿਹੜੀ ਫਿਰ ਬਿਹਾਰ ਚੋਣਾਂ ਦੇ ਵਿੱਚ ਮੋਦੀ ਸਾਹਿਬ ਦਾ ਬਾਰ-ਬਾਰ ਬਿਆਨ ਦੇਣਾ ਵੀ ਅਸੀਂ ਕਿਸੇ ਤਰੀਕੇ ਨਾਲ ਇਹ ਵਾਪਸ ਨਹੀਂ ਲਾਂਗੇ ਕਿਤੇ। ਉਸ ਤੋਂ ਪਹਿਲਾਂ ਵੀ ਇੱਕ ਚੀਜ਼ ਆਈ ਹੈ ਜੀ, ਇੱਕ ਇਹ ਆਈ ਹੈ ਵੀ ਜਿਸ ਤਰ੍ਹਾਂ ਮੋਗਾ ਦੇ ਵਿੱਚ ਅਡਾਨੀ ਨੇ ਆਪਣਾ ਇੱਕ ਪੂਰਾ ਪਲੇਟਫਾਰਮ ਤਿਆਰ ਕਰ ਲਿਆ ਜਿੱਥੇ ਕਿਹਾ ਜਾਂਦਾ 40 ਲੱਖ ਬੋਰੀਆਂ ਕਣਕ ਦੀਆਂ ਸਟਾਕ ਕੀਤੀਆਂ ਜਾਂਦੇ ਨੇ। ਇਹੋ ਜਿਹੇ 300 ਪਲੇਟਫਾਰਮ ਪੂਰੇ ਇੰਡੀਆ ਦੇ ਵਿੱਚ 19 ਤੋਂ ਪਹਿਲਾਂ ਤਿਆਰ ਹੋ ਗਏ ਜੀ। ਮਤਲਬ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਬਹੁਤ ਪਹਿਲਾਂ ਤੋਂ ਇਸ ਤਰ੍ਹਾਂ ਦੀ ਸੀ। ਦੇਖੋ ਸਰਕਾਰ ਦੀ ਮਨਸ਼ਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸੀਗੀ ਕਿ ਅਸੀਂ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਆ ਖੇਤੀਬਾੜੀ 'ਚ ਲੈ ਕੇ ਆਣੀ, ਕਿਸਾਨਾਂ ਦਾ ਭਲਾ ਹੋਣਾ ਤਦ ਹੈ ਜੀ। ਪਰ ਜਿੱਥੋਂ ਤੱਕ ਤੁਸੀਂ ਇਹਨਾਂ ਆਰਡੀਨੈਂਸਾਂ ਦੀ ਗੱਲ ਕੀਤੀ ਕਿ ਸਰਕਾਰ ਨੇ ਇੰਨੀ ਕਾਹਲੀ ਨਾਲ ਲਿਆਂਦੇ ਤੇ ਇੰਨੇ ਕੁਚੱਜੇ ਤਰੀਕੇ ਨਾਲ ਲਿਆਂਦੇ, ਉਹ ਗੱਲ ਤੁਹਾਡੀ ਮੈਂ ਮੰਨ ਸਕਦਾ ਕਿ ਸਰਕਾਰ ਨੂੰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ ਸੀ। ਜਿੰਨੇ ਸਟੇਕ ਹੋਲਡਰ ਹੈ ਜਿਨ੍ਹਾਂ ਦਾ ਇਹਨਾਂ ਤੇ ਪ੍ਰਭਾਵ ਪੈਣਾ, ਉਹਨਾਂ ਨਾਲ ਪਹਿਲਾਂ ਇੱਕ ਵਾਈਡ ਡਿਸਕਸ਼ਨ ਕਰਨੀ ਚਾਹੀਦੀ ਸੀ, ਉਹਨਾਂ ਦੀ ਸਹਿਮਤੀ ਲੈਣੀ ਚਾਹੀਦੀ ਸੀ। ਬਿਲਕੁਲ। ਜਦੋਂ ਤੁਸੀਂ ਕਿਸਾਨਾਂ ਦੇ ਸੰਬੰਧ 'ਚ ਇੱਕ ਸਰਕਾਰ ਦਾ ਮੈਕੈਨਿਜ਼ਮ ਤਾਂ ਹੁੰਦਾ ਪਰ ਉਹਨੂੰ ਕਿੰਨੇ ਕੁ ਲੋਕ ਇਸਤੇਮਾਲ ਕਰਦੇ ਆ ਉਹ ਵੱਖਰੀ ਗੱਲ ਹੈ, ਪਰ ਤੁਹਾਨੂੰ ਇੱਕ ਆਮ ਸਹਿਮਤੀ ਸਿਆਸੀ ਪਾਰਟੀਆਂ 'ਚ ਵੀ ਬਣਾਉਣੀ ਚਾਹੀਦੀ ਸੀ। ਜਿੱਦਾਂ ਮੈਂ ਕਿਹਾ ਪਹਿਲਾਂ ਕਿ ਕਾਂਗਰਸ ਪਾਰਟੀ ਨੇ ਵੀ ਆਪਣੇ ਚੋਣ ਮੈਨੀਫੈਸਟੋ 'ਚ ਕਿਹਾ ਸੀ ਕਿ ਅਸੀਂ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ 'ਚ ਸੰਸ਼ੋਧਨ ਕਰਾਂਗੇ। ਸੋ ਇੱਕ ਵਾਈਡ ਕੰਸਲਟੇਸ਼ਨ ਦੀ ਸਰਕਾਰ ਪੱਖੋਂ ਜਿਹੜੀ ਹੈ ਅਣਹੋਂਦ ਰਹੀ ਹੈ। ਸਰਕਾਰ ਨੇ ਸਿਆਸੀ ਪਾਰਟੀਆਂ ਨੂੰ ਜਿਹੜਾ ਹੈ ਉਹ ਉਹਦੇ 'ਚ ਨਹੀਂ ਲਿਆ ਕੌਨਫੀਡੈਂਸ 'ਚ, ਸਰਕਾਰ ਨੇ ਕਿਸਾਨਾਂ ਨੂੰ ਕੌਨਫੀਡੈਂਸ 'ਚ ਨਹੀਂ ਲਿਆ। ਤੇ ਜਿਸ ਤਰ੍ਹਾਂ ਲੋਕ ਸਭਾ ਤੇ ਰਾਜ ਸਭਾ 'ਚ ਪਾਸ ਕੀਤਾ ਗਿਆ ਵਿਰੋਧ ਦੇ ਬਾਵਜੂਦ, ਇਹਨੂੰ ਸਿਲੈਕਟ ਕਮੇਟੀ ਨੂੰ ਦੇ ਦਿੰਦੇ ਤੇ ਉਹ ਤੋਂ ਬਾਅਦ ਉੱਤੇ ਫੈਸਲਾ ਹੋ ਜਾਂਦਾ। ਪਰ ਸਰਕਾਰ ਨੇ ਜਿੱਦਾਂ ਅੜੀ ਦੱਸੀ ਕਿ ਸਾਡੇ ਕੋਲ ਮੈਜੋਰਿਟੀ ਹੈ ਤੇ ਅਸੀਂ ਜਿਹੜਾ ਹੈ ਪਾਸ ਕਰ ਦਿੱਤਾ, ਹੁਣ ਤੁਸੀਂ ਜੋ ਕਰਨਾ ਕਰ ਲਓ, ਉਹ ਕਿਤੇ ਨਾ ਕਿਤੇ ਅੜੇ ਆਇਆ। ਹਾਂ, ਸਰਕਾਰ ਦਾ ਜਿਹੜਾ 1% ਵੀ ਹੈ ਇਹ ਉਸੇ ਤੇ ਹੈ ਵੀ ਮੈਂ ਨਾ ਮੰਨੂ, ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਨਾ ਮੰਨੂ ਵਾਲਾ। ਲੇਕਿਨ ਮੈਂ ਨਾ ਮੰਨੂ 'ਚ ਤੁਹਾਡੀ ਗੱਲ ਆ ਗਈ ਵੀ ਸਾਡੇ ਕੋਲ ਦੋ ਹੀ ਆਪਸ਼ਨਸ ਹੈ, ਯੈਸ ਔਰ ਨੋ। ਕਿਸਾਨ ਕਹਿ ਰਹੇ ਨੇ ਯੈਸ ਔਰ ਨੋ, ਹੋਰ ਕੁਝ ਨਹੀਂ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੁਣ ਸਰਕਾਰ ਆਪਣੀ ਜਗ੍ਹਾ ਤੇ ਪ੍ਰਸਤਾਵ ਭੇਜ ਕੇ ਹੋ ਗਈ ਹੈ, ਚੁੱਪ ਹੋ ਗਈ ਹੈ। ਹਾਲਾਂਕਿ ਅੱਜ ਫਿਰ ਖੇਤੀਬਾੜੀ ਮਿਨਿਸਟਰ ਤੋਮਰ ਨੇ ਕਿਹਾ ਵੀ ਨਹੀਂ, ਮੈਂ ਫਿਰ ਕੋਸ਼ਿਸ਼ ਕਰਦਾ ਵੀ ਇਹਨਾਂ ਨਾਲ। ਦੇਖੋ ਦਾਵੜਾ ਜੀ, ਸਰਕਾਰ ਨੇ ਇੱਕ ਗੱਲ ਹੋਰ ਕਹੀ, ਆਪਾਂ ਪਹਿਲਾਂ ਡਿਸਕਸ ਜਿਹੜੀਆਂ ਕੀਤੀਆਂ 7 ਪ੍ਰਪੋਜ਼ਲਾਂ, ਉਹਦੇ 'ਚ ਇੱਕ 8ਵੀਂ ਪ੍ਰਪੋਜ਼ਲ 9ਵੀਂ ਪ੍ਰਪੋਜ਼ਲ ਇਹ ਵੀ ਹੈ ਕਿ ਕਿਸਾਨਾਂ ਦੀ ਜੇ ਕੋਈ ਹੋਰ ਡਿਮਾਂਡ ਹੈ ਅਸੀਂ ਉਹ 'te ਵੀ ਜਿਹੜਾ ਹੈ ਵਿਚਾਰ ਕਰ ਸਕਦੇ। ਬਿਲਕੁਲ। ਅੱਜ ਸਰਕਾਰ ਓਪਨ ਮਾਈਂਡਡ ਅੱਜ ਸਰਕਾਰ ਨੇ ਕਿਹਾ ਵੀ ਅਸੀਂ ਫੇਰ ਵੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਦੂਸਰੇ ਪਾਸੇ 14 ਤਾਰੀਖ ਨੂੰ ਸਰਕਾਰ ਜਿਹੜਾ ਹੈ ਕਿਸਾਨਾਂ ਨੇ ਫੇਰ ਕਹਿ ਦਿੱਤਾ ਵੀ ਨਹੀਂ, ਅਸੀਂ ਪੂਰੇ ਭਾਰਤ ਦੇ ਵਿੱਚ ਫਿਰ ਧਰਨੇ ਪ੍ਰਦਰਸ਼ਨ ਜਿਹੜੇ 14 ਤਰੀਕ ਨੂੰ ਕਰਾਂਗੇ ਔਰ ਜ਼ਰੂਰਤ ਪੜੀ ਤਾਂ ਅਸੀਂ ਜਿਹੜਾ ਹੁਣ ਦਿੱਲੀ ਦੇ ਬਾਹਰ ਬੈਠੇ ਹਾਂ ਫਿਰ ਅਸੀਂ ਦਿੱਲੀ ਦੇ ਅੰਦਰ ਜਾ ਕੇ ਵੀ ਪ੍ਰਦਰਸ਼ਨ ਕਰਾਂਗੇ ਜ਼ੋਰ ਦੇ ਨਾਲ। ਦੇਖੋ ਇਹ ਡੈਡਲੌਕ ਸਮਾਪਤ ਹੋਣਾ ਚਾਹੀਦਾ। ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਾਰਪੋਰੇਟਸ ਦਾ ਜਿਹੜਾ ਪ੍ਰੋਡਕਟਸ ਹੈ ਉਹਨਾਂ ਦਾ ਬਾਈਕਾਟ ਕਰਾਂਗੇ। ਠੀਕ ਹੈ, ਉਹਨਾਂ ਦੀ ਮਰਜ਼ੀ ਹੈ, ਕਰ ਸਕਦੇ, ਤੇ ਲੋਕ ਕਿੰਨਾ ਕੁ ਉਹਨਾਂ ਨੂੰ ਸਮਰਥਨ ਕਰਦੇ ਉਸ ਬਾਈਕਾਟ ਨੂੰ ਇਹ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੋਏਗੀ। ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਗਰਾ ਦਿੱਲੀ ਵਾਲਾ ਤੇ ਆਗਰਾ ਤੇ ਜੈਪੁਰ ਵਾਲਾ ਜਿਹੜਾ ਹੈ ਉਹ ਜਿਹੜਾ ਇੱਕ ਖੁੱਲ੍ਹਾ ਰਸਤਾ ਉਹ ਵੀ ਬੰਦ ਕਰਾਂਗੇ। ਸੋ ਆਉਣ ਵਾਲੇ ਦਿਨਾਂ 'ਚ ਇਹ ਟਕਰਾਰ ਜਿਹੜਾ ਹੋਰ ਵੱਧ ਸਕਦਾ। ਕਿਸਾਨ ਯੂਨੀਅਨ ਲਈ ਮੈਂ ਸਮਝਦਾ ਦਾਵੜਾ ਜੀ ਇੱਕ ਮੁਸ਼ਕਿਲ ਇਹ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਇੰਨਾ ਭਾਵਨਾਵਾਂ ਦਾ ਉਬਾਲ ਲੋਕਾਂ ਦਾ ਹੁੰਦਾ ਹੈ, ਇੰਨੀ ਗਿਣਤੀ 'ਚ ਲੋਕ ਤੇ ਇੰਨੀਆਂ ਵੱਖੋ ਵੱਖਰੀਆਂ ਸਟੇਟਾਂ ਤੋਂ ਵੱਖਰੋ ਵੱਖਰੇ ਰੰਗ ਦੇ ਲੋਕ ਦਿੱਲੀ ਪਹੁੰਚੇ ਹੋਏ ਆ, ਤੇ ਹੁਣ ਜਾ ਕੇ ਇਹ ਕਹਿਣਾ ਕਿ ਅਸੀਂ ਬਿੱਲਾਂ ਨੂੰ ਵਾਪਸ ਲਏ ਤੋਂ ਘੱਟ ਕੁਝ ਮੰਨ ਗਏ ਆ, ਇਹ ਗੱਲ ਲੋਕਾਂ 'ਚ ਪ੍ਰਵਾਨ ਕਰਾਣੀ ਕਿਸਾਨ ਯੂਨੀਅਨ ਲਈ ਸਭ ਤੋਂ ਬੜੀ ਜਿਹੜੀ ਹੈ ਔਖ ਹੈ। ਕਿਉਂਕਿ ਬਹੁਤ ਸਾਰੇ ਗਰਮਦਲੀ ਵੀ ਹੁੰਦੇ ਜਿਹੜੇ ਕਹਿੰਦੇ ਨਹੀਂ ਜੀ ਹੁਣ ਤਾਂ ਅਸੀਂ ਵਾਪਸ ਜਾਣਾ ਨਹੀਂ ਜਦ ਤੱਕ ਬਿੱਲ ਵਾਪਸ ਨਹੀਂ ਲੈ ਜਾਂਦੇ। ਸੋ ਕਿਸਾਨ ਯੂਨੀਅਨਾਂ ਨੂੰ ਜਿਹੜੀ ਹੈ ਇਹ ਪ੍ਰਵਾਨਗੀ ਲੋਕਾਂ 'ਚ ਕਰਵਾਉਣੀ ਕਿ ਅਸੀਂ ਇਹਨਾਂ ਚੀਜ਼ਾਂ ਤੇ ਸਹਿਮਤ ਹੋ ਗਏ ਹਾਂ, ਥੋੜੀ ਔਖੀ ਹੋਈ ਜਾਏਗੀ। ਇੱਕ ਗੱਲ ਮੈਂ ਅਖੀਰ ਦੇ ਵਿੱਚ ਤੁਹਾਡੇ ਨਾਲ ਕਰਾਂ ਬਈ ਸਰਕਾਰ ਚਾਹੇ ਤਾਂ ਕੀ ਨਹੀਂ ਹੋ ਸਕਦਾ। ਸਰਕਾਰ ਅਗਰ ਕਿਸਾਨਾਂ ਦੀ ਹਮਾਇਤ ਦੇ ਵਿੱਚ ਹੈ, ਕਿਸਾਨਾਂ ਨੂੰ ਥੋੜ੍ਹਾ ਜਿਹਾ ਵੀ ਰਾਜ਼ੀ ਕਰਨਾ ਚਾਹੁੰਦੀ ਹੈ ਤਾਂ ਅੱਜ ਦੀ ਤਾਰੀਖ 'ਚੋਂ ਤਿੰਨੇ ਖੇਤੀ ਬਿੱਲਾਂ ਨੂੰ ਰੱਦ ਕਰ ਦੇਵੇ, ਵਾਪਸ ਲੈ ਲਵੇ ਵੀ ਅਸੀਂ ਨਹੀਂ ਲਏ। ਉਸ ਤੋਂ ਬਾਅਦ ਇਹਨਾਂ ਕਿਸਾਨਾਂ ਨੂੰ ਇਸੇ ਤਰ੍ਹਾਂ ਮੀਟਿੰਗ ਸੱਦ ਕੇ ਟੇਬਲ ਤੇ ਬਿਠਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਕੇ ਮੀਟਿੰਗਸ ਕਰਕੇ ਕਿਉਂ ਨਹੀਂ ਇਸ ਨੂੰ ਆਰਾਮ ਦੇ ਨਾਲ ਸਮਝਦਾਰੀ ਦੇ ਨਾਲ ਲਾਗੂ ਕਰਾਇਆ ਜਾ ਸਕਦਾ। ਗਲਤੀ ਤਾਂ ਦੇਖੋ ਕਮਿਊਨੀਕੇਸ਼ਨ ਪ੍ਰੋਬਲਮ ਸਰਕਾਰ ਤੇ ਹੋ ਗਈ ਹੈ, ਉਸ ਗਲਤੀ ਦੀ ਸਜ਼ਾ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ
ਜਿਹੜੀ ਹੈ ਅੱਜ ਭੁਗਤ ਰਹੀ ਹੈ ਕਿ ਉਹਨਾਂ ਤੋਂ ਕਿਸਾਨਾਂ ਨੂੰ ਕੌਨਫੀਡੈਂਸ ਨਹੀਂ ਲਿਆ ਹੋਇਆ। ਨਹੀਂ, ਗਾਨ ਵੀ ਹੋਇਆ, ਇਸ ਤਰ੍ਹਾਂ ਕੀਤਾ ਜਾ ਸਕਦਾ। ਮੈਂ ਕਹਿ ਰਿਹਾ ਵੀ ਅੱਗੇ ਨੂੰ ਇਹ ਜਿਹਾ ਹੋ ਸਕਦਾ। ਦੇਖੋ ਇਹ ਮਸਲਾ ਪੰਜਾਬ ਤੋਂ ਉੱਠਿਆ ਸੀ ਤੇ ਪੰਜਾਬ ਤੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਮਸਲਾ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਹੱਲ ਹੋ ਜਾਏ। ਉਹ ਤੋਂ ਅਗਲੇ ਸਟੈਪ ਤੇ ਗਿਆ, ਚੱਲ ਹੁਣ ਇੱਥੇ ਹੱਲ ਹੋ ਜਾਏ। ਹੁਣ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੇ ਵੀ ਹੱਥ ਤੋਂ ਬਾਹਰ ਹੀ ਗੱਲ ਹੋ ਗਈ ਹੈ। ਪਰ ਜੇ ਪੰਜਾਬ ਦਾ ਤੁਸੀਂ ਪੰਜਾਬ ਦੀ ਖੇਤੀ ਦਾ, ਪੰਜਾਬ ਦੇ ਕਿਸਾਨਾਂ ਦਾ ਸੁਧਾਰ ਕਰਨਾ ਹੈ ਦਾਵੜਾ ਸਾਹਿਬ, ਤਾਂ ਇਹਦੇ 'ਚ ਬਹੁਤ ਕੁਝ ਜਿਹੜਾ ਹੈ ਸੁਧਾਰ ਦੀ ਗੁੰਜਾਇਸ਼ ਹੈ, ਜ਼ਰੂਰਤ ਹੈ। ਪੰਜਾਬ 'ਚ ਇੰਡਸਟਰੀ ਲੱਗਣੀ ਚਾਹੀਦੀ, ਸਾਰਿਆਂ ਨੂੰ ਪਤਾ ਹੈ, ਕਿਉਂਕਿ ਇੰਡਸਟਰੀ ਸਾਡੇ ਬਾਹਰਲੇ ਸੂਬਿਆਂ 'ਚ ਚਲੇਗੀ। ਪੰਜਾਬ 'ਚ ਅਨਐਮਪਲੋਇਮੈਂਟ ਰੇਟ ਨੈਸ਼ਨਲ ਐਵਰੇਜ ਨਾਲੋਂ ਵੱਧ ਹੈ, ਲੋਕਾਂ ਦੀਆਂ ਐਕਸਪੈਕਟੇਸ਼ਨਸ ਜ਼ਿਆਦਾ ਹੈ, ਉਹਨਾਂ ਦੀਆਂ ਜਿਹੜੀਆਂ ਐਮਪਲੋਇਮੈਂਟ ਹੈ ਉਹ ਘੱਟ ਹੈ। ਇਹ ਸਰਕਾਰ ਵੀ ਮੰਨਦੀ ਹੈ, ਇਸੇ ਕਰਕੇ ਲੋਕ ਬਾਹਰ ਨੂੰ ਜਾ ਰਹੇ ਆ। ਇੰਡਸਟਰੀ ਇਸ ਕਰਕੇ ਨਹੀਂ ਹੈ ਕਿ ਕਰਪਸ਼ਨ ਹੈ, ਕਰਪਸ਼ਨ, ਈਜ਼ ਆਫ ਡੂਇੰਗ ਬਿਜ਼ਨਸ ਇੱਥੇ ਜਿਹੜਾ ਹੈ ਉਹ ਜਿਹੜਾ ਪੰਜਾਬ ਹੈ ਉਹ ਬਹੁਤ ਹੇਠਲੇ ਪਾਏਦਾਨ ਤੇ ਹੈ। ਸੋ ਡਾਈਵਰਸੀਫਿਕੇਸ਼ਨ ਦੀ ਬਹੁਤ ਜ਼ਰੂਰਤ ਹੈ। ਅਸੀਂ ਝੋਨੇ ਦੇ, ਕਣਕ ਦੇ ਜਿਹੜੇ ਹੈ ਸਰਕਲ 'ਚ ਫਸੇ ਹੋਏ ਹਾਂ। ਇੱਕ ਵੱਖਰਾ ਆਪਸ਼ਨ ਲੋਕਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਉਹ ਝੋਨੇ ਤੇ ਕਣਕ ਦੇ ਸਰਕਲ 'ਚੋਂ ਜਿਹੜਾ ਹੈ ਉਹ 'ਚੋਂ ਬਾਹਰ ਨਿਕਲੇ, ਤਾਂ ਕਿ ਸਾਡੀ ਜ਼ਮੀਨ ਦਾ ਪਾਣੀ ਜਿਹੜਾ ਹੇਠਾਂ ਜਾ ਰਿਹਾ ਉਹ ਵੀ ਨਾ ਜਾਵੇ। ਸਾਡਾ ਪੋਲੂਸ਼ਨ ਜਿਹੜੀ ਹਰ ਸਾਲ ਸਮੱਸਿਆ ਆਉਂਦੀ ਹੈ ਤੇ ਦਿੱਲੀ ਤੱਕ ਜਿਹੜਾ ਚੀਕ ਚਿਹਾੜਾ ਪੈਂਦਾ ਉਹ ਵੀ ਨਾ ਪਵੇ। ਬਹੁਤ ਸਾਰੀਆਂ ਗੱਲਾਂ ਸੁਧਾਰ ਕਰਨ ਦੀ ਇਹ ਜ਼ਰੂਰਤ ਹੈ। ਸੁਧਾਰ ਜ਼ਰੂਰਤ ਹੈ, ਲੇਕਿਨ ਫਿਲਹਾਲ ਸੁਧਾਰ ਦੀ ਜ਼ਰੂਰਤ ਹੈ ਉਹਨਾਂ ਖੇਤੀ ਬਿੱਲਾਂ ਦੇ ਵਿੱਚ ਜਿਨ੍ਹਾਂ ਦੇ ਲਈ ਕਿਸਾਨ ਜਿਹੜੇ ਅੱਜ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਹੋਏ ਨੇ। ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ, ਲੇਕਿਨ ਅੱਜ ਦੀ ਤਾਰੀਖ ਦੇ ਵਿੱਚ ਕਿਸਾਨ ਮੁਸੀਬਤ 'ਚ ਨੇ ਤੇ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜੇ ਹੋਈਏ। ਰਾਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤਾਂ, ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਣੇ ਆ ਗਿਆ, ਪਰ ਤੁਸੀਂ SDTV ਪ੍ਰਾਈਮ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਇਸ ਦਾ ਬੈਲ ਆਈਕਨ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਹੁਣ ਦਿਓ ਆ ਗਿਆ, ਨਮਸਕਾਰ।